केंद्र द्वारा बनाए गए तीनों के तीनों कृषि कानून किसान विरोधी हैं। उक्त बात का प्रगटावा सांसद प्रताप सिंह बाजवा राज्यसभा सदस्य ने सुजानपुर में पत्रकारों से बातचीत के दौरान कहा। उन्होंने कहा कि केंद्र के कृषि मंत्री खुद स्वीकार किया है कि केंद्र सरकार ने 3 कृषि कानून पास किए हैं, उनमें कुछ गलतियां हुई हैं, इसलिए केंद्र सरकार तीनों कानूनी बिल रद्द करे। उन्होंने कहा कि केंद्र सरकार ने पूंजीपतियों को फायदा देने के लिए कृषि कानून पास किए हैं। उन्होंने कहा कि आज देश का अन्नदाता पिछले लंबे समय से लगातार दिल्ली में प्रदर्शन कर रहा है, लेकिन केंद्र सरकार किसानों की मांगों की तरफ कोई ध्यान नहीं दे रही। उन्होंने कहा कि केंद्र में सरकार बिना देरी के किसानों को बिलों को केंद्र रद्द करे। उन्होंने कहा कि भारत में पेट्रोल डीजल सबसे महंगे दामों में मिल रहा है। लगातार गैस पेट्रोल डीजल के दामों में बढ़ोतरी हो रही है, जबकि सभी देशों में पेट्रोल सस्ता है। इसलिए केंद्र को जीएसटी के दायरे में पेट्रोल को लाकर पेट्रोल डीजल गैस के दाम कम किए जाने चाहिए। उन्होंने कहा कि जब भी देशों में पेट्रोल के दाम कम हैं तो हिंदुस्तान में पेट्रोल के दाम क्यों ज़्यादा हैं। इसलिए उन्होंने कहा कि पंजाब चुनाव 2020 में पंजाब की राजनीति में वापस लौटूंगा। उन्होंने कहा कि मिशन 2022 के तहत वह खुद पंजाब की राजनीति में आएंगे, इसके लिए चुनाव भी लड़ेंगे। इस मौके पर विधायक जोगिंदर पाल, हल्का इंचार्ज सुजानपुर ठाकुर अमित सिंह मंटू, पार्षद शालू पट्टी, चेयरमैन राजकुमार, चेयरमैन लखविंदर सिंह, विनोद भंडारी, रतन शर्मा, मोनू मेहरा, सुखविंदर कौर आदि उपस्थित थे। गरीब आदमी ਦੇ ਉੱਤੇ ਇਹਨਾਂ ਨੇ ਪਾਇਆ ਬੋਝ ਪਾਇਆ। ਸਾਰਿਆਂ ਨੂੰ ਏਸ਼ੀਆ ਰੀਜਨ ਦੇ ਵਿੱਚ ਸਾਰਿਆਂ ਨੂੰ ਮਹਿੰਗਾ ਪੈਟਰੋਲ ਡੀਜ਼ਲ ਤੇ ਐਲਪੀਜੀ ਅੱਜ ਹਿੰਦੁਸਤਾਨ ਦੇ ਵਿੱਚ ਤੁਸੀਂ ਕੰਪੈਰੀਟਿਵ ਪ੍ਰਾਈਸਿਸ ਪਾਕਿਸਤਾਨ ਦੀਆਂ ਲੈ ਲਓ, ਕੰਪੈਰੀਟਿਵ ਪ੍ਰਾਈਸਿਸ ਤੁਸੀਂ ਅਫਗਾਨ ਦੀਆਂ ਲੈ ਲਓ, ਬੰਗਲਾਦੇਸ਼ ਦੀਆਂ ਲੈ ਲਓ, ਸ਼੍ਰੀਲੰਕਾ ਦੀਆਂ ਲੈ ਲਓ, ਨੇਪਾਲ ਦੀਆਂ ਲੈ ਲਓ, ਜਿਹੜੇ ਬਿਲਕੁਲ ਨਾਲੋਂ ਨਾਲ ਹਿੰਦੁਸਤਾਨ ਦੇ ਦੇਸ਼ ਨੇ, ਅੱਧੀਆਂ ਪ੍ਰਾਈਸਿਸ। ਅੱਜ ਤੁਸੀਂ ਹੈਰਾਨ ਹੋਵੋਗੇ ਕਿ ਪਾਕਿਸਤਾਨ ਦੇ ਵਿੱਚ ਪੈਟਰੋਲ ਦਾ ਰੇਟ 42 ਰੁਪਏ ਲੀਟਰ, 150 ਰੁਪਏ, ਤੇ ਕੱਚਾ ਤੇਲ ਸਾਰਿਆਂ ਨੂੰ ਇੱਕੋ ਕੀਮਤ ਤੇ ਮਿਲਦਾ। ਜਦੋਂ ਤੁਸੀਂ ਵੇਖੋ ਡਾਕਟਰ ਮਨਮੋਹਨ ਸਿੰਘ ਵੇਲੇ ਕੱਚਾ ਤੇਲ ਜਿਹੜਾ ਸੀ 114 ਰੁਪਏ 114 ਡਾਲਰਸ ਪਰ ਬੈਰਲ ਸੀ। ਉਸ ਟਾਈਮ ਵੀ ਇਹਦੇ ਨਾਲ 20-25 ਰੁਪਏ ਘੱਟ ਪੈਟਰੋਲ ਦੀ ਕੀਮਤ ਸੀ। ਅੱਜ ਸਾਰਿਆਂ ਸਮਝੋ ਸਾਰਿਆਂ ਨੂੰ ਵੱਧ ਪ੍ਰੋਫਿਟ ਜੇ ਇਸ ਟਾਈਮ ਮੋਦੀ ਗਵਰਨਮੈਂਟ ਬਣਾ ਰਹੀ, ਇਟ ਇਜ਼ ਓਨਲੀ ਥਰੂ ਪੈਟਰੋਲੀਅਮ ਪ੍ਰੋਡਕਟ, ਜਿਹੜਾ ਮੈਂ ਸਮਝਣਾ ਸਿੱਧੇ ਦਾ ਸਿੱਧਾ ਜ਼ਿਆਦਤੀ ਵੀ ਹੈ ਤੇ ਧੋਖਾ ਵੀ ਹੈ। ਕਿਉਂਕਿ ਜਦੋਂ 2014 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਗਵਰਨਮੈਂਟ ਦੇ ਵਿੱਚ ਡੀਰੈਗੂਲੇਟ ਹੋਇਆ ਤੇਲ, ਉਦੋਂ ਗਵਰਨਮੈਂਟ ਨੇ ਪਾਲਿਸੀ ਬਣਾਈ ਸੀ ਕਿ ਕੱਚਾ ਤੇਲ ਜੇ ਉੱਤੇ ਜਾਏਗੀ ਕੀਮਤ ਉਹਦੀ, ਤੇ ਕਸਟਮਰ ਨੂੰ ਹਰ ਰੋਜ਼ ਨਵਾਂ ਰੇਟ ਨਿਕਲੇਗਾ ਤੇ ਕਸਟਮਰ ਨੂੰ ਵੱਧ ਪੇ ਕਰਨਾ ਪਏਗਾ। ਤੇ ਜੇ ਪ੍ਰਾਈਸਿਸ ਥੱਲੇ ਜਾਣਗੀਆਂ ਤੇ ਕਸਟਮਰ ਨੂੰ ਉਹਦਾ ਅਸੀਂ ਬੈਨੀਫਿਟ ਪਾਸ ਆਨ ਕਰ ਦਾਂਗੇ। ਹੁਣ ਹੋ ਕੀ ਰਿਹਾ, ਜੇ ਰੇਟ ਥੋੜਾ ਮੋਟਾ ਵੱਧਦਾ ਹੈ ਤਾਂ ਉਹ ਸਿੱਧਾ ਕਸਟਮਰ ਨੂੰ ਦੇਣਾ ਪੈਂਦਾ, ਜੇ ਘਟਦਾ ਤਾਂ ਗਵਰਨਮੈਂਟ ਜੇਬ 'ਚ ਪਾਈ ਜਾਂਦੀ। ਸਰ ਇਹਨੂੰ ਸਰਕਾਰ ਜੀਐਸਟੀ ਦੇ ਦਾਇਰੇ 'ਚ ਕਿਉਂ ਨਹੀਂ ਲਿਆ ਰਹੀ ਹੈਗੀ? ਇਸੇ ਗੱਲੋਂ ਨਹੀਂ ਲਿਆ ਰਹੀ ਜੀ, ਸਾਰੇ ਮੰਗ ਕਰ ਰਹੇ ਨੇ ਕਿ ਜੀਐਸਟੀ ਦੇ ਦਾਇਰੇ 'ਚ ਤੁਸੀਂ ਲੈ ਆਓ। ਜਦੋਂ ਹਰ ਚੀਜ਼ ਹਿੰਦੁਸਤਾਨ ਦੀ ਜੀਐਸਟੀ ਦੇ ਦਾਇਰੇ 'ਚ, ਪੈਟਰੋਲੀਅਮ ਪ੍ਰੋਡਕਟਸ ਬਾਹਰ ਕਿਉਂ ਰੱਖੇ ਨੇ? ਐਂਡ ਅੱਗੇ ਨਾਲੋਂ ਤੁਸੀਂ ਹੈਰਾਨ ਹੋਵੋਗੇ ਪੈਟਰੋਲੀਅਮ ਪ੍ਰੋਡਕਟਸ ਦੀ ਜਿਹੜੀ ਖਪਤ ਹੈ ਉਹ ਵੀ ਹਿੰਦੁਸਤਾਨ 'ਚ ਅਜੇ ਘਟੀ ਹੈ। ਕਰੋਨਾ ਦੇ ਕਾਰਨ ਅਜੇ ਖਪਤ ਵੀ ਸਾਡੀ ਘੱਟ ਹੈ। ਖਪਤ ਘੱਟ ਹੋਣ ਦੇ ਕਾਰਨ ਵੀ ਹੈਵਲੀ ਟੈਕਸ ਕਰ ਰਹੇ। ਐਲਪੀਜੀ ਵੇਖੋ, ਜਿਹੜੀਆਂ ਗਰੀਬ ਸਾਡੀਆਂ ਮਾਤਾਵਾਂ ਭੈਣਾਂ ਇਸਤੇਮਾਲ ਕਰਦੀਆਂ ਘਰ ਦੇ ਵਿੱਚ ਗੈਸ ਸਿਲੰਡਰ, ਉਹਨਾਂ ਦੀ ਕੀਮਤ ਵੇਖੋ ਕਿੱਥੇ ਚਲੀ ਗਈ। ਜਿੱਥੇ ਕਹਿੰਦੇ ਨੇ ਅਸੀਂ ਜੀ ਤੇ ਇਹਨਾਂ ਨੂੰ 500-500 ਰੁਪਇਆ ਦੇ ਰਹੇ, 500-500 ਰੁਪਇਆ ਜਿਹੜਾ ਕੋਈ ਕਿਸਾਨ ਨੂੰ ਦੇ ਰਹੇ ਹੋ, ਕਦੀ ਆਪਾਂ ਹਿਸਾਬ ਲਾਇਆ ਕਿ ਡੀਜ਼ਲ ਗਿਆ ਕਿੱਧਰ ਨੂੰ ਹੈ? ਇਹਦੇ 1 ਘੰਟਾ ਨਹੀਂ ਡੀਜ਼ਲ ਕੱਢਦਾ 500 ਰੁਪਏ ਦਾ। ਤੁਸੀਂ ਜਦੋਂ ਆਪਾਂ ਹੁਣ ਵਾਹੀ ਵਾਸਤੇ ਇਸਤੇਮਾਲ ਕਰੀਦਾ, 1 ਘੰਟੇ ਦੇ ਵਿੱਚ ਜਿਹੜਾ ਕਿਸਾਨ ਦਾ ਟਰੈਕਟਰ ਹੈ ਇੰਨਾ ਡੀਜ਼ਲ ਖਾ ਜਾਂਦਾ 500 ਰੁਪਏ ਦਾ। ਤੁਸੀਂ ਘਰਾਂ ਦੇ ਵਿੱਚ ਜਨਰੇਟਰ ਚਲਾ ਕੇ ਵੇਖ ਲਓ, ਉੱਥੋਂ ਵੇਖੋ ਤੇਲ ਕਿੰਨਾ ਜਾਂਦਾ ਹੈ। ਤੇ ਫਿਰ ਕੀ ਕਿਸ ਕਿਸਮ ਦੀ ਮਦਦ ਕੀਤੀ ਹੈ? ਉਹ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਵੇਖਣੀਆਂ ਪੈਣਗੀਆਂ ਕਿ ਬਹੁਤ ਇਹਦੇ ਨਾਲ ਮਿਡਲ ਕਲਾਸ ਤੇ ਲੋਅਰ ਮਿਡਲ ਕਲਾਸ ਤੇ ਸੈਲਰੀਡ ਲੋਕ ਜਿਹੜੇ ਤੇ ਛੋਟੇ ਕਿਸਾਨੀ ਖੇਤ ਮਜ਼ਦੂਰ, ਉਹਦੇ ਵਾਸਤੇ ਤਾਂ ਬਹੁਤ ਸਾਰੇ ਬੰਦਿਆਂ ਨੇ ਤੇ ਆਪਣੇ ਸਕੂਟਰ ਮੋਟਰਸਾਈਕਲ ਪੱਕੇ ਤੌਰ ਘਰ ਹੀ ਖਿਲਾਰਦੇ। ਬਟ ਜੇ ਤੁਸੀਂ ਇਹ ਵੱਧ ਬੱਸਾਂ ਦੇ ਕਿਰਾਏ ਵਧੀ ਜਾਣੇ ਨੇ, ਜਿਹੜਾ ਮਰਜ਼ੀ ਮੀਨਸ ਤੁਸੀਂ ਇਸਤੇਮਾਲ ਕਰੋ ਟਰਾਂਸਪੋਰਟ ਦਾ, ਉਹ ਮਹਿੰਗਾ ਤਾਂ ਹੋਣਾ ਹੀ ਹੈ। ਪੰਜਾਬ ਦਾ ਕਿਸਾਨ ਸਰ, ਅੱਜ ਹਿੰਦੁਸਤਾਨ ਦਾ ਕਿਸਾਨ ਜਿਹੜਾ ਬੈਠੇ ਦਾ ਧਰਨੇ ਦੇ ਉੱਤੇ,
ਮੈਂ ਤੇ ਆਵਾਜ਼ ਲਗਾਤਾਰ ਬੁਲੰਦ ਕਰ ਰਹੇ ਹਾਂ। ਹੁਣ ਵੀ ਅਸੀਂ ਇਹ ਕਹਿ ਰਹੇ ਹਾਂ ਕਿ ਭਾਜਪਾ ਦੀ ਸਰਕਾਰ ਨੂੰ ਫਾਲਸ ਈਗੋ ਤੇ ਨਹੀਂ ਰਹਿਣਾ ਚਾਹੀਦਾ। ਇਹ ਨਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਕਾਨੂੰਨ ਸਾਡੇ ਕੋਲ ਗਲਤ ਬਣ ਗਿਆ। ਦੇਖੋ, ਆਪ ਉਹਨਾਂ ਦੇ ਐਗਰੀਕਲਚਰ ਮਿਨਿਸਟਰ ਨੇ ਗੱਲ ਕਹੀ ਹੈ, ਸਾਡੇ ਕੋਲ ਤਰਮੀਮ ਜਿੰਨੀਆਂ ਮਰਜ਼ੀ ਕਰਾ ਲਓ, ਵਾਪਸ ਲੈਣ ਨੂੰ ਨਾ ਕਹੋ। ਅਸੀਂ ਇਹ ਕਹਿ ਰਹੇ ਹਾਂ ਕਿ ਜਦੋਂ ਤੁਸੀਂ ਖੁਦ ਕਬੂਲ ਕਰ ਲਿਆ ਕਿ ਤਰਮੀਮਾਂ ਜਿੰਨੀਆਂ ਮਰਜ਼ੀ ਕਰ ਲਓ, ਉਹਦਾ ਮਤਲਬ ਕਿ ਕਾਨੂੰਨ ਦੇ ਵਿੱਚ ਲਾਜ਼ ਫਾਲਟੀ ਸਨ, ਕਾਨੂੰਨ ਦੇ ਵਿੱਚ ਨੁਕਸ ਸੀ। ਤੇ ਜੇ ਤੁਸੀਂ ਇਹੀ ਕਰ ਰਹੇ ਤਾਂ ਤੁਸੀਂ ਵਾਪਸ, ਜਿਸ ਤਰ੍ਹਾਂ ਆਪਾਂ ਕਿਸੇ ਨਾਲ ਐਗਰੀਮੈਂਟ ਕਰ ਰਹੇ, ਐਗਰੀਮੈਂਟ ਫਾਲਟੀ ਹੁੰਦਾ, ਵਕੀਲ ਨਹੀਂ ਜਾਂ ਅਸੀਂ ਉਹਨੂੰ ਕਹਿੰਦੇ ਨਹੀਂ ਕਿ ਯਾਰ ਆਹ ਨਵਾਂ ਐਗਰੀਮੈਂਟ ਲੈ ਕੇ ਆ ਤੇ ਸਾਰਾ ਤੂੰ ਗਲਤ ਐਗਰੀਮੈਂਟ ਬਣਾ ਲਿਆ। ਆਪਾਂ ਸਟੈਪ ਡਿਊਟੀ ਕਹਿੰਦੇ ਆ ਕਿ ਇਹਦੇ 'ਚ ਜੋ ਕਰੈਕਸ਼ਨ ਤੁਸੀਂ ਕਰ ਰਹੇ ਹੋ, ਤੁਸੀਂ ਨਵਾਂ ਐਗਰੀਮੈਂਟ ਸਟੈਪ ਡਿਊਟੀ ਲੈ ਕੇ ਉਹ ਨਵਾਂ ਲਿਖ ਕੇ ਲਿਆਓ। ਇਸ ਤਰ੍ਹਾਂ ਹੀ ਲੋਕ, ਇਹ ਕੋਈ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਾਨੂੰਨ ਨਾਲ ਵਾਪਸ ਲੈ ਕੇ ਆਓ। ਅਸੀਂ ਤਾਂ ਇੰਨਾ ਕਹਿ ਰਹੇ ਹਾਂ ਕਿ ਕਾਨੂੰਨਾਂ ਵਿੱਚ ਜਿਹੜੀ ਤਰਮੀਮ ਹੈ ਇਹਨੂੰ ਬਕਾਇਦਾ ਤੌਰ ਕਰੋ, ਸਾਰੇ ਸਟੇਕ ਹੋਲਡਰਸ ਨਾਲ ਗੱਲ ਕਰ ਲਓ, ਸਾਰੇ ਚੀਫ ਮਿਨਿਸਟਰਾਂ ਨੂੰ ਪੁੱਛੋ, ਸਾਰੇ ਮੈਂਬਰਸ ਆਫ ਪਾਰਲੀਮੈਂਟ ਨੂੰ, ਸੂਬਿਆਂ ਦੇ ਪੁੱਛੋ, ਸਾਰੀਆਂ ਕਿਸਾਨ ਜਥੇਬੰਦੀਆਂ ਤੇ ਜਿਹੜੇ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਦਾ ਵਿਊ ਲੈ ਲਓ। ਕਿਸਾਨਾਂ ਦੀ ਬਿਹਤਰੀ ਵਾਸਤੇ ਕਾਨੂੰਨ ਲਿਆਓ, ਕਾਰਪੋਰੇਟ ਦੀ ਬਿਹਤਰੀ ਵਾਸਤੇ ਨਹੀਂ। ਸਾਡੀ ਲੜਾਈ ਕੀ ਹੈ ਕਿ ਅੰਬਾਨੀ ਦੇ ਅਡਾਨੀ ਦੇ ਬੈਨੀਫਿਟ ਵਾਸਤੇ ਜਿਹੜੇ ਕਾਨੂੰਨ ਨੇ, ਜਿਹੜਾ ਮੈਂ ਬੋਲਦੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੇ ਡੈਥ ਵਾਰੰਟਾਂ ਤੇ ਸਾਈਨ ਨਹੀਂ ਕਰਨੇ। ਜਿਹੜੇ ਮੌਤ ਦੇ ਵਾਰੰਟ ਤੁਸੀਂ ਤਿਆਰ ਕਰਕੇ ਲਿਆਏ ਹੋ ਨਾ, ਤੁਸੀਂ ਚਾਹੁੰਦੇ ਹੋ ਕਿ ਅਸੀਂ ਸਾਈਨ ਕਰੀਏ, ਉਹ ਨਹੀਂ ਅਸੀਂ ਕਰਾਂਗੇ। ਅੰਬਾਨੀ ਦੇ ਅਡਾਨੀ ਦੇ ਬੈਨੀਫਿਟ ਵਾਸਤੇ ਅਸੀਂ ਸਾਈਨ ਨਹੀਂ ਕਰਨੇ, ਕਿਸਾਨਾਂ ਦੀ ਬਿਹਤਰੀ ਵਾਸਤੇ ਲੈ ਕੇ ਉਹ ਸਾਰਾ ਹਾਊਸ ਤੁਹਾਡੇ ਨਾਲ। ਹੁਣ ਇਸ ਗੱਲ ਤੇ ਹੁਣ ਉਹ ਬਹਿ ਗਏ ਨੇ ਕਿ ਨਹੀਂ ਜੀ, ਹੁਣ ਕਿ ਸਾਡੇ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ, ਅਸੀਂ ਤੁਸੀਂ ਤਰਮੀਮ ਜਿੰਨੀਆਂ ਮਰਜ਼ੀ ਕਰਾ ਲਓ। ਮੈਂ ਤਾਂ ਬੋਲਦੇ ਹੀ ਪਾਰਲੀਮੈਂਟ 'ਚ ਕਿਹਾ ਸੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਮੈਨੂੰ ਇਹਦਾ ਜਵਾਬ ਦਿਓ ਕਿ ਅਸੀਂ ਕਹਿੰਦੇ ਜੀ ਅਸੀਂ ਲੈਪਸ ਇਹਨਾਂ ਨੂੰ ਰਾਖਵਿਆਂ ਕਰ ਦੇਣਾ 1.5 ਸਾਲ ਵਾਸਤੇ। ਰਾਖਵੇਂ ਕਰਨ ਤੇ ਵਾਪਸ ਲੈਣ 'ਚ ਫਰਕ ਕੀ ਹੈ? ਰਾਖਵੇਂ ਦਾ ਮਤਲਬ ਤੇ ਇਹੀ ਹੋਇਆ ਨਾ, ਕਾਨੂੰਨ ਲਾਗੂ ਨਹੀਂ 1.5 ਸਾਲ ਵਾਸਤੇ, ਤੇ 1.5 ਸਾਲ ਵਾਸਤੇ ਮੈਂ ਕਿਹਾ ਵਾਪਸ ਲੈ ਕੇ ਨਵੇਂ ਕਾਨੂੰਨ 1.5 ਸਾਲ 'ਚ ਲੈ ਆਓ। ਬਟ ਉਹ ਸਾਰੇ ਸਟੇਕ ਹੋਲਡਰਸ ਨਾਲ ਗੱਲ ਕਰ ਲਓ। ਬਟ they are just sitting on, ਕਿਉਂਕਿ ਬਰੂਟ ਮੈਜੋਰਿਟੀ ਹੈ ਤੇ ਬਰੂਟ ਮੈਜੋਰਿਟੀ ਦੇ ਵਿੱਚ ਉਹ ਸਮਝਦੇ ਕਿ ਸਾਨੂੰ, ਮੈਂ ਸਮਝਦਾ ਬੜੀ ਵੱਡੀ ਇੱਕ ਪੋਲੀਟੀਕਲ ਪੁੱਲ ਹੋਏਗੀ ਭਾਰਤੀ ਜਨਤਾ ਪਾਰਟੀ ਨੂੰ, ਬਹੁਤ ਵੱਡੀ ਇਹਦੀ ਕੀਮਤ। ਨਿਰੀ ਪੰਜਾਬ ਨੂੰ ਤੇ ਹਰਿਆਣੇ ਨੂੰ ਨਹੀਂ ਵੇਖਣਾ ਚਾਹੀਦਾ ਕਿ ਇੱਕ ਜਗ੍ਹਾ 13 ਪਾਰਲੀਮੈਂਟ ਸੀਟਾਂ ਇੱਕੋ 10 ਨੇ, ਤਈਆਂ ਦਾ ਕੀ ਫਰਕ ਪੈਂਦਾ। ਸਾਨੂੰ ਇਹ ਵੇਖਣਾ ਚਾਹੀਦਾ ਸਾਡਾ ਅੰਨਦਾਤਾ ਜਿਹੜਾ, ਜਿਹਨੇ 70 ਸਾਲ ਇਸ ਭੁੱਖੇ ਦੇਸ਼ ਦਾ ਪੇਟ ਪਾਲਿਆ, ਉਹਨੂੰ ਅਸੀਂ ਸਜ਼ਾ ਦੇਣ ਲੱਗੇ ਹਾਂ। ਇਹ ਸਾਡੇ ਨੌਜਵਾਨ ਬੱਚੇ ਬਾਰਡਰਾਂ ਤੇ ਗਾਰਡ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਕੀ ਗੱਲ, ਉਹਨਾਂ ਦੇ ਮਾਪੇ, ਉਹਨਾਂ ਦੇ ਭਰਾ ਜਿਹੜੇ ਨੇ, ਜਿਹੜੇ ਦੇਸ਼ ਦਾ ਪੇਟ ਪਾਲ ਰਹੇ ਨੇ, ਉਹਨਾਂ ਨੂੰ ਆਪਾਂ ਜੇ ਉਹ ਡਿਸਟਰਬ ਹੋਣਗੇ ਤਾਂ ਆਬਵੀਅਸਲੀ ਜਿਹੜਾ ਤੁਹਾਨੂੰ ਗਾਰਡ ਕਰ ਰਿਹਾ ਉਹ ਵੀ ਡਿਸਟਰਬ ਹੋਏਗਾ ਜੀ। ਸਾਰੇ ਚਾਈਨਾ ਬਾਰਡਰ ਤੇ ਸਾਡੇ ਨੌਜਵਾਨ, ਇਹਨਾਂ 3-4 ਵੇਖੋ, ਹਿਮਾਚਲ, ਹਰਿਆਣਾ, ਪੰਜਾਬ, ਉੱਤਰਾਖੰਡ, ਇਹਨਾਂ ਸਟੇਟਸ ਦੇ ਨੌਜਵਾਨ ਬੱਚੇ ਰਾਜਸਥਾਨ ਦੇ ਬੈਠੇ ਨੇ। ਤੋ ਇਹ ਮੈਂ ਸਮਝਣਾ ਕਿ ਦੇਸ਼ ਵਾਸਤੇ ਕੋਈ ਚੰਗਾ ਇੱਕ ਹੈ ਨਹੀਂ। ਇਹਦੇ ਵਿੱਚ ਵੱਡੇ ਵੇਖੋ, ਮੈਂ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਹ ਵੀ ਗੱਲ ਕਹੀ ਸੀ ਕਿ ਹੁਣ ਤੁਸੀਂ ਸਟੇਟਸਮੈਨ ਬਣੋ, ਹੁਣ ਤੇ ਸਰਦਾਰ ਪਟੇਲ ਬਣਨ ਦਾ ਮੌਕਾ, ਤੁਸੀਂ ਇਹਨੂੰ ਵਾਪਸ ਲਓ। ਇਹਦੇ ਵਿੱਚ ਤੇ ਜਾਇਜ਼ਾਕਾਰੀ ਹੋਏਗੀ। ਜੇ ਆਪਾਂ ਵੇਖੋ, ਲੀਡਰ ਉਹੀ ਬਣਿਆ ਜਾਂਦਾ ਕਿ ਜੇ ਸਰਕਾਰ ਕੋਈ ਫਾਲਟੀ ਕਾਨੂੰਨ ਲੈ ਵੀ ਆਈ ਹੈ ਤੇ ਉਹਨੂੰ ਵਾਪਸ ਲੈਣ ਦੀ ਕਿਹੜੀ ਗੱਲ ਹੈ? ਆਪਣਾ ਕੋਈ ਇਹੋ ਜਿਹੀ ਗੱਲ, ਕਿਸੇ ਕਿਸਮ ਦਾ ਆਪਣਾ ਕੋਈ ਗਲਤੀ ਮੰਨੀ, ਆਪਣਾ ਗਲਤੀ ਦਾ ਅਹਿਸਾਸ ਕਰਨਾ ਤੇ ਵੱਡਾ ਪਾਣੀ ਛੋਟਾਪਨ ਥੋੜਾ। ਮੇਰੀ ਤੇ ਅਜੇ ਵੀ ਇਹਨਾਂ ਨੂੰ ਅਪੀਲ ਇਹੀ ਹੈ ਕਿ ਬਾਈ ਦੀ ਐਂਡ ਆਫ ਦੀ ਡੇ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ 60% ਦੇਸ਼ ਤੇ ਕਿਸਾਨੀ ਦੇ ਸਿਰ ਉੱਤੇ। ਅਜੇ ਇਹਨਾਂ ਨੂੰ ਇਹ ਗਲਤਫਹਿਮੀ ਨਹੀਂ ਰਹਿਣੀ ਚਾਹੀਦੀ ਕਿ ਕਰਨਾਟਕ, ਆਂਧਰਾ ਪ੍ਰਦੇਸ਼ ਤੇ ਬਾਕੀ ਸੂਬਿਆਂ ਦਾ ਕਿਸਾਨ ਨਹੀਂ ਆਇਆ। ਕਿਸਾਨ ਤੇ ਸਾਰਾ ਹੀ ਇਸ ਮੂਵਮੈਂਟ ਦੇ ਨਾਲ ਹੈ। ਉਹ ਗੱਲ ਵੱਖਰੀ ਹੈ ਕਿ ਉਹ ਅਜੇ ਇਕਨੋਮਿਕਲੀ ਇਸ ਪੋਜੀਸ਼ਨ 'ਚ ਨਹੀਂ ਦਿੱਲੀ ਆਉਂਦੀ। ਪੰਜਾਬ, ਹਰਿਆਣੇ ਨੂੰ ਤੇ ਕਿਸੇ ਨੂੰ 100, ਕਿਸੇ ਨੂੰ 200, ਕਿਸੇ ਨੂੰ 250 ਕਿਲੋਮੀਟਰ ਪੈਂਦਾ। 2000 ਕਿਲੋਮੀਟਰ ਤੋਂ ਜਿਹੜੇ ਵਿਚਾਰੇ ਦੋ ਵਕਤੀ ਜਿਹਨਾਂ ਨੂੰ ਰੋਟੀ ਨਹੀਂ ਮਿਲ ਰਹੀ, ਤਾਮਿਲਨਾਡੂ ਦੇ ਵਿੱਚ ਨੇ, ਆਂਧਰਾ ਪ੍ਰਦੇਸ਼ ਦੇ ਕਿਸਾਨ ਨੇ, ਉਹਨਾਂ ਦੀ ਸਹਾਨੁਭੂਤੀ ਇਹਨਾਂ ਕਿਸਾਨਾਂ ਨਾਲ ਹੀ ਹੈ। ਇਹ ਨਹੀਂ ਕਿ ਉਹਨਾਂ ਦੀਆਂ ਗੁੱਡ ਵਿਸ਼ੇਸ ਇਹਨਾਂ ਨਾਲ ਨਹੀਂ ਗਿਆ, ਉਹਨਾਂ ਦੇ ਸੈਂਟੀਮੈਂਟਸ ਨਹੀਂ। ਇਹ ਗੱਲ ਵੱਖਰੀ ਹੈ ਕਿ ਉਹ ਫਿਜ਼ੀਕਲੀ ਆਪ ਨਹੀਂ ਆ ਸਕਦੇ। ਉੱਥੇ ਕੋਈ ਇਹੋ ਜਿਹੀ ਸੰਸਥਾ ਹੈ ਨਹੀਂ ਜਿਹੜੀ ਹਜ਼ਾਰਾਂ ਦੇ ਉਹਨਾਂ ਦਾ ਕਿਰਾਇਆ ਦੇ ਕੇ ਉਹਨਾਂ ਨੂੰ ਉੱਥੇ ਲਿਆ ਸਕੇ। ਉਹ ਇੱਕ ਜਨ ਅੰਦੋਲਨ ਹੈ। ਇਸ ਜਨ ਅੰਦੋਲਨ ਨੂੰ ਐ ਨਹੀਂ ਦੇਖਿਆ ਜਾ ਸਕਦਾ। ਬਾਜਵਾ ਸਾਹਿਬ, ਹੁਣ 2022 ਚ ਪੰਜਾਬ ਦੀਆਂ ਚੋਣਾਂ ਆਏ ਕਰਦੇ ਜੀ, ਕੋਈ ਪੰਜਾਬ ਦਾ ਪ੍ਰਧਾਨ ਜਾਂ ਕੋਈ ਮੰਤਰੀ ਮੰਡਲ ਚ ਪੰਜਾਬ ਚ ਕੋਈ ਤਬਦੀਲੀ ਹੋ ਰਹੀ ਹੈ ਜੀ? ਤੁਹਾਡੀ ਕੀ ਸਟ੍ਰੈਟਜੀ ਰਹੇਗੀ 22 ਦੇ ਇਲੈਕਸ਼ਨ ਨੂੰ ਲੈ ਕੇ?
नहीं, मेरी स्ट्रेटेजी तो वही है जो कांग्रेस की स्ट्रेटेजी है। मेरी अपनी स्ट्रेटेजी तो यह है कि मैं 22 च वापस पंजाब चला। ओके बाकी स्ट्रेटेजी तो पार्टी हाईकमान तय करेगी ना की करना है। अपना मैं जरूर दसा कि मैं वापस आके कितों लड़ांगा। ਪਰ ਅੱਜ ਵੀ ਕਿਤੇ ਨਾ ਕਿਤੇ ਦੇਖਣ ਚ ਆ ਰਿਹਾ ਕਾਂਗਰਸ ਹਾਈ ਕਮਾਂਡ ਦੇ ਜਿਹਦਾ ਸਿੱਧੂ ਜੀ ਨੇ ਜਾਂ ਜਾਖੜ ਸਾਹਿਬ ਹੈਗੇ ਇਹਨਾਂ ਦਾ ਕਿਤੇ ਨਾ ਕਿਤੇ ਜਾਂ ਕੈਪਟਨ ਸਾਹਿਬ ਮਨਮੁਟਾਵ ਚੱਲਦਾ, ਮੀਟਿੰਗਾਂ ਵੀ ਹੁੰਦੀਆਂ ਨੇ, ਉਹ ਕਿੱਥੋਂ ਤੱਕ ਸਹੀ ਹੈ ਜਾਂ ਕੀ ਗੱਲ ਆ ਉਹਦੀ? ਦੇਖੋ ਬੇਟਾ, ਹਰ ਪੋਲੀਟੀਕਲ ਪਾਰਟੀ ਦੇ ਵਿੱਚ ਮਨਮਟਾਵ ਚੱਲਦਾ। ਅਕਾਲੀ ਤੁਸੀਂ ਪੜਿਆ ਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਤੇ ਵਿਰਸਾ ਸਿੰਘ ਵਲਟੋਏ ਦਾ ਜੋ ਹੈ, ਆਪ ਦੇ ਵਿੱਚ ਰੋਜ਼ ਵੇਖ ਲਓ ਸੁਖਪਾਲ ਸਿੰਘ ਖਹਿਰਾ ਤੇ ਸਰ ਭਗਵੰਤ ਸਿੰਘ ਮਾਨ ਤੇ ਹੁੰਦਾ ਰਹਿੰਦਾ। ਭਾਜਪਾ ਦੇ ਵਿੱਚ ਮਾਸਟਰ ਮੋਹਨ ਲਾਲ ਤੇ ਅਸ਼ਵਨੀ ਅਖਬਾਰ 'ਚ ਹੁੰਦਾ ਰਹਿੰਦਾ। ਤੁਸੀਂ ਸਮਝਦੇ ਹੋ ਤਾਂ ਮਨਮਟਾਵ ਤਾਂ ਹਰ ਪੋਲੀਟੀਕਲ ਪਾਰਟੀ ਛੋਟੇ ਮੋਟੇ ਚੱਲਦੇ ਰਹਿੰਦੇ, ਪਰ ਜਦੋਂ ਫਾਈਨਲ ਘੋਲ ਆਉਂਦਾ ਸਾਰੇ ਇਕੱਠੇ ਹੋ ਜਾਂਦੇ। ਸਾਰੀਆਂ ਪਾਰਟੀਆਂ ਦੇ ਲੀਡਰ ਅਲਟੀਮੇਟਲੀ ਇਕੱਠੇ ਹੁੰਦੇ ਨਾ। ਜਦੋਂ ਖੀਰ ਆਏਗਾ ਸਾਰੇ ਇਕੱਠੇ ਹੋ ਜਾਣਗੇ। ਫਿਰ ਛੋਟੇ ਮੋਟੇ ਚੱਲਦੇ ਰਹਿੰਦੇ। ਤੁਹਾਨੂੰ ਪਤਾ ਹੈ ਫਿਰ ਛੋਟੀ ਮੋਟੀ ਚੌਧਰ ਦੀ ਲੜਾਈ ਤੇ ਚੱਲਦੀ ਰਹਿੰਦੀ, ਅਪ ਐਂਡ ਡਾਊਨ ਤੇ ਚੱਲਦੀ ਰਹੀ। ਪੋਲਿਟਿਕਸ ਹੀ ਅੱਜ ਦਾ ਥੋੜਾ, ਜਿੱਦਾਂ ਦਾ ਦੇਸ਼ ਆਜ਼ਾਦ ਹੋਇਆ ਪੰਜਾਬ ਦੇ ਵਿੱਚ ਵੀ ਸਾ ਪ੍ਰਤਾਪ ਸਿੰਘ ਕੈਰੋਂ, ਸਾ ਦਰਬਾਰਾ ਸਿੰਘ ਦੇ ਧੜੇ, ਗਿਆਨੀ ਜ਼ੈਲ ਸਿੰਘ, ਦਰਬਾਰਾ ਸਿੰਘ ਦੇ ਧੜੇ, ਸਾ ਬੇਅੰਤ ਸਿੰਘ ਤੇ ਦੂਸਰਿਆਂ ਦੇ ਧੜੇ ਚੱਲਦੇ ਹੀ ਆਏ ਨੇ। ਇਹ ਕੋਈ ਮੈਂ ਸਮਝਦਾ ਕੋਈ ਬਹੁਤ ਮਾੜੀ ਗੱਲ ਨਹੀਂ ਹੈ। ਡੈਮੋਕ੍ਰੇਸੀ ਦੇ ਵਿੱਚ ਥੋੜਾ ਮੋਟਾ ਕੰਪੀਟੀਟਿਵ ਰਹਿਣਾ ਵੀ ਚਾਹੀਦਾ ਕੰਮ ਕਰ, ਬਟ ਇਹੋ ਜਿਹਾ ਧੜੇਬੰਦੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਬਾਈ ਦੀ ਐਂਡ ਆਫ ਦੀ ਡੇ ਪਾਰਟੀ ਨੂੰ ਨੁਕਸਾਨ।